ਸੂਹੀ ਮਹਿਲਾ ਪੰਜਵਾਂ। ਕੀਤਾ ਲੋੜੈ ਸੋ ਪ੍ਰਭ ਹੋਏ, ਤੁਝ ਬਿਨ ਦੂਜਾ ਨਾਹੀ ਕੋਇ। ਜੋ ਜਨ ਸੇਵੇ ਤਿਸ ਪੂਰਨ ਕਾਜ, ਦਾਸ ਆਪਣੇ ਕੀ ਰੱਖੋ ਲਾਜ। ਤੇਰੀ ਸ਼ਰਨ ਪੂਰਨ ਦਇਆਲਾ, ਤੁਝ ਬਿਨ ਕਮਨ ਕਰੇ ਪ੍ਰਤਪਾਲਾ। ਰਹਾਉ ਜਲ ਥਲ ਮਹੀਲ ਰਿਹਾ ਭਰਪੂਰ, ਨਿਕਟ ਵਸੈ ਨਾਹੀ ਪ੍ਰਭ ਦੂਰ। ਲੋਕ ਪਤੀਆਰੈ ਕਛੂ ਨ ਪਾਈਐ, ਸਾਚ ਲਗੈ ਤਾਹੋਂ ਮੈਂ ਜਾਈਐ। ਜਿਸਨੂੰ ਲਾਏ ਲਏ ਤੋ ਲਾਗੈ, ਗਿਆਨ ਰਤਨ ਅੰਤਰ ਤਿਸ ਜਾਗੈ। ਦੁਰਮਤ ਜਾਏ ਪਰਮ ਪਦ ਪਾਏ, ਗੁਰ ਪ੍ਰਸਾਦੀ ਨਾਮ ਧਿਆਏ। ਦੋਏ ਕਰ ਜੋੜ ਕਰੂੰ ਅਰਦਾਸ, ਤੁਧ ਭਾਵੈ ਤਾਂ ਆਣੈ ਰਾਸ। ਕਰ ਕਿਰਪਾ ਆਪਣੀ ਭਗਤੀ ਲਾਏ, ਜਨ ਨਾਨਕ ਪ੍ਰਭ ਸਦਾ ਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸਾਨੂੰ ਕਲਯੁਗੀ ਜੀਵਾਂ ਨੂੰ ਪਰਮੇਸ਼ਰ ਦੀ ਭਗਤੀ ਕਰਨ ਦੀ ਜਾਚ, ਵਿਧੀ, ਢੰਗ, ਤਰੀਕਾ ਦੱਸਦੇ। ਦਾਸ ਹਮੇਸ਼ਾ ਬੇਨਤੀ ਕਰਦਾ ਕਿ ਗੁਰਬਾਣੀ ਜੀਵਨ ਜਾਚ ਹੈ। ਜੀਵਨ ਦਾ ਢੰਗ, ਜੀਵਨ ਦੀ ਮਰਿਆਦਾ ਦੱਸਦੀ। ਸੱਚਮੁੱਚ ਜੇ ਅਸੀਂ ਗੁਰਬਾਣੀ ਦੀ ਵਿਚਾਰ ਨੂੰ ਸਮਝ ਕੇ ਗੁਰੂ ਮਹਾਰਾਜ ਦੇ ਪਾਏ ਪੂਰਨਿਆਂ ਤੇ ਚੱਲ ਪਈ ਤੇ ਅਸੀਂ ਸੁਖੈਨਤਾ ਨਾਲ ਹੀ ਪਰਮਾਤਮਾ ਦੀ ਭਗਤੀ ਕਰ ਸਕਦੇ। ਪਰ ਕਿਉਂਕਿ ਅਸੀਂ ਗੁਰਬਾਣੀ ਦੀ ਦੱਸੀ ਜੀਵਨ ਜਾਚ ਨੂੰ ਅਪਣਾਉਣ ਲਈ ਤਿਆਰ ਨਹੀਂ, ਗੱਲਾਂ ਤੇ ਕਰਦੇ ਹਾਂ, ਪਰ ਜਿਨ੍ਹਾਂ ਲੋਕਾਂ ਕੋਲੋਂ ਅਸੀਂ ਪੁੱਛਣ ਜਾਂਦੇ ਹਾਂ, ਹੁਣ ਜੋ ਉਹਨਾਂ ਦਾ ਆਪਣਾ ਅਨੁਭਵ ਤਜਰਬਾ ਉਹੀ ਦੱਸਣਗੇ। ਤੋ ਨਤੀਜੇ ਵਜੋਂ ਅੱਜ ਦਾ ਗੁਰਸਿੱਖ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੁੱਛਣ ਦੀ ਬਜਾਏ ਆਸੇ ਪਾਸੇ ਪੁੱਛਦਾ ਫਿਰਦਾ, ਜਿਸ ਦਾ ਨਤੀਜਾ ਹੈ ਕੋਈ ਕੁਝ ਕਹਿ ਦਿੰਦਾ, ਕੋਈ ਕੁਝ ਕਹਿ ਦਿੰਦਾ। ਤੋ ਇਸ ਤਰ੍ਹਾਂ ਲੋਕ ਦੁਬਿਧਾ ਵਿੱਚ ਪੈ ਫਿਰਦੇ। ਕਬੀਰ ਜੀ ਨੇ ਵੀ ਇਸੇ ਲਈ ਕਿਹਾ ਹੈ, ਕਬੀਰ ਸੋਈ ਸਰਵਰ ਢੂੰਡ ਲਓ, ਜਿੱਥੋਂ ਲੱਭੀ ਵੱਥ। ਛੱਪੜ ਢੂੰਡੇ ਕਿਆ ਹੋਵੇ, ਚਿੱਕੜ ਡੁੱਬੇ ਹੱਥ। ਆਖਿਆ ਉਸ ਸਰੋਵਰ ਦਾ ਪੱਲਾ ਫੜੋ, ਜਿੱਥੋਂ ਤੁਹਾਨੂੰ ਤੇ ਮੈਨੂੰ ਅਸਲੀ ਵਸਤੂ ਦੀ ਪ੍ਰਾਪਤੀ ਹੋਵੇ। ਛੱਪੜੀਆਂ ਵਿੱਚ ਹੱਥ ਮਾਰਨ ਦਾ ਕੋਈ ਫਾਇਦਾ ਨਹੀਂ, ਉੱਥੇ ਤੇ ਸਵਾਏ ਚਿੱਕੜ ਤੋਂ ਹੋਰ ਕੁਝ ਨਹੀਂ ਲੱਭੇ। ਥੋੜ੍ਹੇ ਜਿਹੇ ਸਮੇਂ ਦੇ ਅੰਦਰ ਇਤਨੇ ਦੰਭੀਆਂ ਪਖੰਡੀਆਂ ਦੇ ਬਾਜ ਉਗੜੇ ਹਨ। ਸਾਰਿਆਂ ਦੇ ਨਹੀਂ, ਹਾਲੀ ਬੜੇ ਆਪਣੀਆਂ ਦੁਕਾਨਾਂ ਚਲਾਈ ਫਿਰਦੇ, ਪਰ ਸੱਚ ਜਾਣੋ, ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਵਿਚਾਰ ਕਰਕੇ ਉਹਦੇ ਅਨੁਸਾਰ ਆਪਣਾ ਜੀਵਨ ਢਾਲ ਲਈ ਤੇ ਕੋਈ ਮੁਸ਼ਕਲ ਨਹੀਂ। ਮੈਂ ਹਮੇਸ਼ਾ ਕਹਿਣਾ ਕਿ ਇਹ ਮੁਸ਼ਕਲ
ਹਰ ਸਮੇਂ ਬਣੀ ਰਹੀ। ਭਾਵੇਂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਦਿੱਲੀ ਦੇ ਅੰਦਰ ਸੰਗਤ ਦੇ ਬੇਨਤੀ ਕਰਨ ਤੇ ਕਿਹਾ ਸੀ ਕਿ ਬਾਬਾ ਬਾਦਸ਼ਾਹ ਬੀਚ ਬਕਾਲੇ ਆਪਣੀ ਵਸਤੂ ਆਪ ਸੰਭਾਲੇ, ਪਰ 22 ਮੰਜੀਆਂ ਲੱਗ ਗਈਆਂ। ਮੱਖਣ ਸ਼ਾਹ ਵਰਗੇ ਸਿੱਦਕੀ ਸਿੱਖ ਵੀ ਇੱਕ ਵਾਰੀ ਉਸ ਉਲਝਣ ਵਿੱਚ ਫਸ ਗਏ। ਹੁਣ ਇੱਕ ਨੇ ਇਹ ਜ਼ਿੰਮੇਵਾਰੀ ਸੰਭਾਲਣੀ ਤੇ ਇੱਥੇ ਬਾਈ ਬੈਠੇ ਨੇ। ਮੱਖਣ ਸ਼ਾਹ ਬੜਾ ਸਿਆਣਾ ਸੀ। ਉਹਨੇ ਆਖਿਆ ਗੁਰੂ ਤੇ ਇੱਕੋ ਹੀ ਹੁੰਦਾ, ਬਾਈ ਨਹੀਂ ਹੋ ਸਕਦਾ। ਚਲੋ ਮੱਖਣ ਸ਼ਾਹ ਦੋ ਮੋਹਰਾਂ ਰੱਖ ਕੇ ਸਭ ਨੂੰ ਮੱਥਾ ਟੇਕ। ਜਿਹੜਾ ਸੱਚਾ ਤੇ ਅਸਲੀ ਗੁਰੂ ਹੋਵੇਗਾ ਉਹ ਮੇਰੇ ਅੰਦਰ ਦੀ ਗੱਲ ਬੁੱਝ ਲਏਗਾ। ਸਾਧ ਸੰਗਤ, ਸਾਖੀ ਤੁਹਾਨੂੰ ਸਾਰਿਆਂ ਨੂੰ ਆਉਂਦੀ, ਇਤਿਹਾਸ ਆਉਂਦਾ। ਮੈਂ ਤਾਂ ਸਿਰਫ ਇਸ਼ਾਰੇ ਮਾਤਰ ਬੇਨਤੀ ਕਰਦਾ ਕਿ ਛੱਪੜੀਆਂ ਵਿੱਚ ਹੱਥ ਨਾ ਮਾਰੇ। ਗੁਰੂ ਅਰਜਨ ਦੇਵ ਪਾਤਸ਼ਾਹ ਇਸ ਪਾਵਨ ਸ਼ਬਦ ਵਿੱਚ ਫਰਮਾਉਂਦੇ ਨੇ, ਆਓ ਜੇ ਜੀਵਨ ਨੂੰ ਸਫਲ ਕਰਨਾ, ਮਨ ਕਰਕੇ, ਬਚਨ ਕਰਕੇ, ਕਰਮ ਕਰਕੇ ਅਰਦਾਸ ਕਰੀ। ਤੇ ਅਰਦਾਸ ਕਿਹਦੇ ਅੱਗੇ ਕਰੀਏ? ਉਸ ਪਰਮਾਤਮਾ ਅੱਗੇ ਕਰੀ। ਤੇ ਕੀ ਆਖੀਏ? ਤੇਰੀ ਸ਼ਰਨ ਪੂਰਨ ਦਇਆਲਾ। ਹੇ ਦਇਆ ਦੇ ਘਰ, ਹੇ ਪਰਿਪੂਰਨ ਪਰਮਾਤਮਾ, ਤੇਰੀ ਸ਼ਰਨ, ਮੈਂ ਤੇਰੀ ਸ਼ਰਨ ਵਿੱਚ ਆਇਆ। ਤੁਝ ਬਿਨ ਕਮਨ ਕਰੇ ਪ੍ਰਤਪਾਲਾ। ਤੇਰੇ ਤੋਂ ਬਿਨਾਂ ਹੋਰ ਕੋਈ ਸਮਰਥ ਹੈ ਨਹੀਂ ਜਿਹੜਾ ਸਾਡੀ ਪਾਲਣਾ ਕਰੇ, ਸਾਡੀ ਰਾਖੀ ਕਰੇ, ਸਾਡੇ ਸਿਰ 'ਤੇ ਮਿਹਰ ਭਰਿਆ ਹੱਥ ਟਿਕਾਏ। ਅਖਰੀ ਅਰਥ ਕੋਈ ਔਖੇ ਨਹੀਂ ਸਾਧ, ਪਰ ਮਨ ਦੀ ਅਵਸਥਾ ਬਣਾ ਕੇ ਸੱਚੇ ਗੁਰੂ ਅੱਗੇ ਅਰਦਾਸ ਕਰਨ ਦੀ ਮੁਸ਼ਕਲ। ਮਹਾਰਾਜ ਨੇ ਜਿਸ ਤਰ੍ਹਾਂ ਪੂਰਨੇ ਪਾ ਦਿੱਤੇ ਤੇ ਉਹਨਾਂ ਪੂਰਨਿਆਂ ਉੱਤੇ ਲਿਖਣਾ ਵਿਦਿਆਰਥੀ ਨੂੰ ਸੌਖਾ ਹੋ ਜਾਂਦਾ। ਅਸੀਂ ਛੋਟੇ ਹੁੰਦੇ ਸਕੂਲ ਵਿੱਚ ਪੜ੍ਹਦੇ ਸਾਂ, ਮਾਸਟਰ ਜੀ ਫੱਟੀ ਉੱਤੇ ਊੜਾ ਐੜਾ ਲਿਖ ਦਿੰਦੇ, ਅਸੀਂ ਉਹਦੇ ਉੱਤੇ ਲਿਖਣ ਦਾ ਹੀ ਯਤਨ ਕਰ। ਪਹਿਲੀ ਵਾਰੀ ਤੇ ਉਹ ਖੁਸ਼ਖਤ ਨਹੀਂ ਸੀ ਬਣਦਾ, ਪਰ ਹੌਲੀ ਹੌਲੀ ਅਭਿਆਸ ਕੀਤਿਆਂ ਲਿਖਾਈ ਚੰਗੀ ਹੋ ਜਾਂਦੀ। ਸੱਚਮੁੱਚ ਇਸੇ ਤਰ੍ਹਾਂ ਪਾਵਨ ਸ਼ਬਦ ਦੇ ਅੰਦਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸਮਝਾਉਂਦੇ, ਪਿਆਰਿਓ, ਜੇ ਆਪਣਾ ਜੀਵਨ ਸਫਲ ਕਰਨਾ ਤੇ ਫਿਰ ਗਲ ਵਿੱਚ ਪਾਓ ਪੱਲਾ ਤੇ ਉਸ ਪਰਮਾਤਮਾ ਨੂੰ ਜੋ ਸਰਵ ਸ਼ਕਤੀਵਾਨ ਹੈ ਉਹਦੇ ਚਰਨਾਂ ਵਿੱਚ ਇਹ ਅਰਦਾਸ ਕਰੋ, ਤੇਰੀ ਸ਼ਰਨ ਪੂਰਨ ਦਇਆਲਾ, ਤੁਝ ਬਿਨ ਕਮਨ ਕਰੇ ਪ੍ਰਤਪਾਲਾ। ਹੇ ਦਇਆ ਦੇ ਘਰ, ਹੇ ਪੂਰਨ ਪਰਮਾਤਮਾ, ਮੈਂ ਤੇਰੀ ਸ਼ਰਨ ਵਿੱਚ, ਔਰ ਮੈਨੂੰ ਇਹ ਪੂਰਨ ਵਿਸ਼ਵਾਸ ਹੈ ਕਿ ਤੇਰੇ ਤੋਂ ਬਿਨਾਂ ਕੋਈ ਸਾਡੀ ਪਾਲਣਾ ਨਹੀਂ ਕਰ ਸਕਦਾ। ਕਿਉਂਕਿ ਜਿਨ੍ਹਾਂ ਕੋਲ ਅਸੀਂ ਮੰਗਣ ਜਾਂਦੇ ਹਾਂ ਉਹ ਤੇ ਆਪ ਮੰਗਤੇ ਨੇ, ਤੇ ਜਿਹੜੇ ਆਪ ਹੀ ਮੰਗਤੇ ਨੇ ਉਹ ਸਾਨੂੰ ਝੋਲੀ ਕਿੱਥੋਂ ਭਰਨਗੇ। ਇਸ ਵਾਸਤੇ ਅਸੀਂ ਹੋਰ ਕਿਸੇ ਕੋਲ ਜਾਣ ਦੀ ਬਜਾਏ ਤੇਰੀ ਦਰ 'ਤੇ ਆਉਣਾ। ਜਿਵੇਂ ਫਰੀਦ ਜੀ ਨੇ ਕਿਹਾ, ਫਰੀਦਾ ਬਾਰ ਪਰਾਇਆ ਬੈਸਣਾ, ਸਾਈਂ ਮੁਝੇ ਨ ਦੇ, ਜੇ ਤੂੰ ਇਹ ਵੈ ਰਖਸੀ ਜਿਉਂ ਤਰੀਰੋਂ ਢੇ। ਹੇ ਪਰਮਾਤਮਾ, ਮੇਰੇ 'ਤੇ ਕਿਰਪਾ ਕਰ,
ਮੈਨੂੰ ਤੇਰਾ ਦਰ ਛੱਡ ਕੇ ਕਿਸੇ ਹੋਰ ਦਰ 'ਤੇ ਕਦੇ ਜਾਣ ਦੀ ਲੋੜ ਨਾ ਪਵੇ। ਤੋ ਸਤ ਸੰਗਤ ਇਹ ਰਹਾਉ ਦੀ ਪੰਗਤੀ ਇੱਕ ਵਾਰੀ ਨਹੀਂ ਕਈ ਵਾਰੀ ਪੜ੍ਹ ਕੇ ਵਿਚਾਰ ਲਓ। ਇਹ ਹੈ ਮਨ ਦੀ ਅਵਸਥਾ ਬਣਾਉਣੀ ਤੇ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰ। ਤੇਰੀ ਸ਼ਰਨ ਪੂਰਨ ਦਇਆਲਾ, ਤੁਝ ਬਿਨ ਕਮਨ ਕਰੇ ਪ੍ਰਤਪਾਲਾ। ਹੇ ਵਾਹਿਗੁਰੂ, ਤੇਰੇ ਤੋਂ ਬਿਨਾਂ ਸਾਡੀ ਕੌਣ ਪਾਲਣਾ ਕਰੇ, ਕਿਉਂਕਿ ਸਾਨੂੰ ਇਹ ਵਿਸ਼ਵਾਸ ਹੈ ਨਿਸ਼ਚਾ ਕੀਤਾ ਲੋੜੈ ਸੋ ਪ੍ਰਭ ਹੋਏ। ਹੁਣ ਇੱਥੇ ਪ੍ਰਭ ਸੰਬੋਧਨ ਹੈ। ਹੇ ਪ੍ਰਭੂ, ਜੋ ਤੁਸੀਂ ਕੀਤਾ ਲੋੜਦੇ ਹੋ, ਚਾਹੁੰਦੇ ਹੋ, ਜੋ ਤੁਹਾਡੇ ਮਨ ਦੀ ਇੱਛਾ ਹੁੰਦੀ ਉਹੀ ਹੁੰਦਾ। ਭਾਵ ਪਰਮਾਤਮਾ ਦੀ ਰਜ਼ਾ ਤੋਂ ਬਿਨਾਂ, ਹੁਕਮ ਤੋਂ ਬਿਨਾਂ ਕੋਈ ਕੁਝ ਨਹੀਂ ਕਰ ਸਕਦਾ। ਤੁਝ ਬਿਨ ਦੂਜਾ ਨਾਹੀਂ ਕੋਏ। ਹੇ ਪਰਮਾਤਮਾ, ਤੁਹਾਡੇ ਤੋਂ ਬਿਨਾਂ ਹੋਰ ਦੂਜਾ ਕੋਈ ਹੈ ਹੀ ਨਹੀਂ। ਗੱਲ ਬੜੀ ਸਪਸ਼ਟ ਹੋ ਗਈ। ਫਿਰ ਆਖਿਆ ਜੋ ਜਨ ਸੇਵੇ ਤਿਸ ਪੂਰਨ ਕਾਜ, ਦਾਸ ਆਪਣੇ ਕੀ ਰਾਖੋ ਲਾਜ। ਆਖਿਆ ਇਹ ਗੱਲ ਪ੍ਰਮਾਣਿਕ ਹੈ, ਪੱਥਰ ਤੇ ਲਿਖ ਕਿ ਜੋ ਜਨ ਸੇਵੇ, ਜਿਹੜਾ ਸੇਵਕ ਪਰਮਾਤਮਾ ਦੀ ਸੇਵਾ ਕਰਦਾ, ਸਿਮਰਨ ਕਰਦਾ, ਤਿਸ ਪੂਰਨ ਕਾਜ, ਉਹਦੇ ਸਾਰੇ ਕਾਰਜ ਪੂਰੇ ਹੋ ਜਾਂਦੇ। ਭਾਵ ਪਰਮਾਤਮਾ ਕਿਸੇ ਕਾਰਜ ਨੂੰ ਵੀ ਅਧੂਰਾ ਨਹੀਂ ਰਹਿਣ ਦਿੰਦਾ। ਦੇਖੋ, ਅਸੀਂ ਮਨੁੱਖ ਹਾਂ, ਸਾਡੇ ਕੋਲੋਂ ਕਈ ਗਲਤੀਆਂ ਹੋ ਸਕਦੀਆਂ, ਪਰ ਪਰਮਾਤਮਾ ਕੋਲੋਂ ਕਦੇ ਗਲਤੀ ਨਹੀਂ ਹੁੰਦੀ। ਤੋ ਇਸ ਤਰ੍ਹਾਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਨਕਸ਼ਾ ਖਿੱਚ ਕੇ ਸਮਝਾਇਆ ਤੇ ਆਖਿਆ ਉਸ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰੋ। ਤੇਰੀ ਸ਼ਰਨ ਪੂਰਨ ਦਇਆਲਾ, ਤੁਝ ਬਿਨ ਕਮਨ ਕਰੇ ਪ੍ਰਤਪਾਲਾ। ਤੇਰੇ ਤੋਂ ਬਿਨਾਂ ਹੋਰ ਕੋਈ ਪਾਲਣਾ ਕਰਨ ਵਾਲਾ ਨਜ਼ਰ ਹੀ ਨਹੀਂ ਆਉਂਦਾ। ਸਭ ਮੰਗਤੇ ਹਨ ਤੇ ਅਸੀਂ ਮੰਗਤਿਆਂ ਦੇ ਮੰਗਤੇ ਕਾਹਨੂੰ ਬਣਨਾ। ਅਸੀਂ ਕਿਉਂ ਨਾ ਉਸੇ ਦਾਤੇ ਕੋਲ ਮੰਗਣ ਜਾਈਏ ਤੇ ਉਹਦੇ ਅੱਗੇ ਬੇਨਤੀ ਕਰੀਏ, ਕੀਤਾ ਲੋੜੈ ਸੋ ਪ੍ਰਭ ਹੋਏ। ਹੇ ਵਾਹਿਗੁਰੂ ਜੀ, ਜੋ ਤੁਸੀਂ ਕਰਨਾ ਚਾਹੁੰਦੇ ਹੋ ਉਹੀ ਹੁੰਦਾ। ਤੁਝ ਬਿਨ ਦੂਜਾ ਨਾਹੀਂ ਕੋਏ। ਤੁਹਾਡੇ ਤੋਂ ਬਿਨਾਂ ਹੋਰ ਤੁਹਾਡੇ ਵਰਗਾ ਕੋਈ ਹੈ ਹੀ। ਜੋ ਜਨ ਸੇਵੇ ਤਿਸ ਪੂਰਨ ਕਾਜ। ਜਿਹੜਾ ਜਨ ਤੁਹਾਡੀ ਸੇਵਾ ਕਰਦਾ, ਸਿਮਰਨ ਕਰਦਾ, ਤੁਹਾਡੀ ਓਟ ਆਸਰਾ ਤੱਕ ਲੈ, ਉਹਦੇ ਸਭ ਕਾਰਜ ਪੂਰਨ ਹੋ ਜਾਣ। ਤੇ ਦਾਸ ਆਪਣੇ ਕੀ ਰਾਖੋ ਲਾਜ। ਹੇ ਵਾਹਿਗੁਰੂ, ਮੈਂ ਵੀ ਤੁਹਾਡਾ ਦਾਸ ਸੇਵਕ ਹਾਂ ਤੇ ਤੁਹਾਡੀ ਸ਼ਰਨ ਵਿੱਚ ਆਇਆ। ਕਿਰਪਾ ਕਰਕੇ ਸ਼ਰਨ ਆਏ ਦੀ ਲਾਜਪਤ ਰੱਖਣੀ, ਕਿਉਂਕਿ ਬਾਣੀ ਵਿੱਚ ਲਿਖਿਆ ਕਿ ਪਰਮਾਤਮਾ ਸ਼ਰਨ ਆਏ ਦੀ ਬਾਂਹ ਫੜਦਾ। ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਦ ਸੁਆਮੀ ਸੰਦਾ। ਉਸ ਮਾਲਕ ਦਾ ਇਹ ਬਿਰਦ ਹੈ ਕਿ ਜਿਹੜਾ ਉਹਦੀ ਸ਼ਰਨ ਵਿੱਚ ਆ ਜਾਏ ਉਹਨੂੰ ਗਲੇ ਲਾ ਲੈਂਦਾ। ਤੋ ਇਸ ਤਰ੍ਹਾਂ ਪਾਤਸ਼ਾਹ ਨੇ ਸਾਨੂੰ ਰਹਾਉ ਦੀ ਪੰਗਤੀ ਵਿੱਚ ਉਹਦੀ ਸ਼ਰਨ ਵਿੱਚ ਆਉਣ ਤੇ ਸ਼ਰਨ ਵਿੱਚ ਆ ਕੇ ਇਹ ਬੇਨਤੀ ਕਰਨ ਦੀ ਆਗਿਆ ਕੀਤੀ ਹੈ। ਤੇਰੀ ਸ਼ਰਨ ਪੂਰਨ ਦਇਆਲਾ, ਤੁਝ ਬਿਨ ਕਮਨ ਕਰੇ ਪ੍ਰਤਪਾਲਾ। ਕੀਤਾ ਲੋੜੈ ਸੋ ਪ੍ਰਭ ਹੋਏ, ਤੁਝ ਬਿਨ ਦੂਜਾ ਨਾਹੀਂ ਕੋਏ। ਹੇ ਵਾਹਿਗੁਰੂ ਜੀ, ਮੈਨੂੰ ਤੁਹਾਡੇ ਤੋਂ ਬਿਨਾਂ ਹੋਰ ਦੂਜਾ ਕੋਈ ਨਜ਼ਰ ਨਹੀਂ। ਜੋ ਜਨ ਸੇਵੇ ਤਿਸ ਪੂਰਨ ਕਾਜ। ਜਿਹੜਾ ਮਨੁੱਖ ਤੁਹਾਡੀ ਸੇਵਾ ਕਰਦਾ, ਸਿਮਰਨ ਕਰਦਾ, ਉਹਦੇ ਸਭ ਕਾਜ ਪੂਰੇ ਹੋ ਜਾਂਦੇ। ਹੁਣ ਕਾਜ ਵੀ ਸਾਧ ਸੰਗਤ, ਮਨੁੱਖਾ ਜਨਮ ਵੀ ਹੈ, ਇਹ ਵੀ ਸਫਲ ਹੋ ਜਾਂਦਾ।
ਜਿਹੜੇ ਜਿਹੜੇ ਤੁਹਾਡੀ ਸ਼ਰਮ 'ਚ ਪੈਂਦੇ ਨੇ ਸਭ ਦੀ ਤੁਸੀਂ ਬਾਂਹ ਫੜ ਲੈਂਦੇ। ਮੇਰੇ ਤੇ ਵੀ ਕਿਰਪਾ ਕਰੋ। ਤੇਰੀ ਸ਼ਰਨ ਪੂਰਨ ਦਇ ਹੱਲਾ, ਤੁਝ ਬਿਨ ਕਮ ਨ ਕਰੇ ਬਸ ਪਾਲਾ ਰਾਹੋ। ਜਲ ਥਲ ਮਹੀਲ ਰਿਹਾ ਭਰਪੂਰ। ਆਖਿਆ ਹੇ ਵਾਹਿਗੁਰੂ, ਤੂੰ ਜਲ ਵਿੱਚ ਵੀ ਮੌਜੂਦ ਹੈ, ਤੂੰ ਥਲ ਖੁਸ਼ਕੀ ਵਿੱਚ ਵੀ ਮੌਜੂਦ ਹੈ, ਤੂੰ ਧਰਤੀ ਵਿੱਚ ਵੀ ਮੌਜੂਦ ਹੈ, ਅਲ ਆਕਾਸ਼ ਵਿੱਚ ਵੀ ਮੌਜੂਦ। ਦੇਖੋ ਕੈਸਾ ਵਿਸ਼ਾਲ ਨਿਸ਼ਚਾ। ਜਦੋਂ ਇਹ ਨਿਸ਼ਚਾ ਬਣ ਜਾਏ ਫਿਰ ਹੀ ਬੰਦਾ ਕਹਿ ਸਕਦਾ ਸੋਏ ਅਚਿੰਤਾ ਜਾਗੇ ਅਚਿੰਤਾ, ਜਹਾਂ ਕਹਾਂ ਪ੍ਰਭ ਤੂੰ ਵਰਤੰਤਾ। ਘਰ ਸੁਖ ਵਸਿਆ ਬਾਹਰ ਤੁਖ ਪਾਇਆ, ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਜਲ ਥਲ ਮਈਲ ਰਿਹਾ ਭਰਪੂਰ, ਨਿਕਟ ਵਸੈ ਨਾਹੀ ਪ੍ਰਭ ਦੂਰ। ਆਖਿਆ ਪਰਮਾਤਮਾ ਬਿਲਕੁਲ ਨੇੜੇ ਵਸਦਾ, ਉਹ ਸਾਡੇ ਤੋਂ ਕਿਤੇ ਦੂਰ, ਜਿਹੜਾ ਹਰ ਵੇਲੇ ਹੈ ਹੀ ਹਜ਼ੂਰ ਹੈ। ਹਜ਼ੂਰ ਕਤ ਦੂਰ ਬਤਾਵੋ, ਦੁੰਦਰ ਬਾਂਧੋ ਸੁੰਦਰ ਪਾਵੋ। ਆਖਿਆ ਪਰਮਾਤਮਾ ਕਿਤੇ ਦੂਰ ਨਹੀਂ ਹੈ, ਉਹ ਤਾਂ ਹਾਜ਼ਰ ਹਜ਼ੂਰ। ਪਰ ਤੁਸੀਂ ਆਪਣੇ ਮਨ ਦੀ ਚੰਚਲਤਾ ਦੂਰ ਕਰੋ, ਤੁਸੀਂ ਆਪਣੇ ਮਨ ਦੀ ਦੁਬਿਧਾ ਛੱਡੋ ਅਤੇ ਫਿਰ ਉਸ ਪਰਮਾਤਮਾ ਨਾਲ ਤੁਹਾਡੀ ਲਿਵ ਲੱਗੇ। ਜਲ ਥਲ ਮਈਲ ਰਿਹਾ ਭਰਪੂਰ, ਨਿਕਟ ਵਸੈ ਨਾਹੀ ਪ੍ਰਭ ਦੂਰ। ਹੁਣ ਅਗਲੀ ਪੰਕਤੀ ਧਿਆਨ ਨਾਲ ਪੜ੍ਹਨੀ। ਮਹਾਰਾਜ ਕਹਿੰਦੇ ਨੇ ਲੋਕ ਸੱਚਾ ਪ੍ਰੇਮ ਨਹੀਂ ਕਰਦੇ ਅਤੇ ਦਿਖਾਵਾ ਬੜਾ ਕਰਦੇ। ਦਿਖਾਵੇ ਵਿੱਚ ਇਉਂ ਲੱਗੇਗਾ ਵੀ ਇਹਨਾਂ ਵਰਗਾ ਕੋਈ ਭਗਤ ਹੀ ਨਹੀਂ ਹੈਗਾ, ਇਹਨਾਂ ਵਰਗਾ ਕੋਈ ਗੁਰਮੁਖ ਹੈ ਹੀ ਨਹੀਂ। ਮਿੱਠੀਆਂ ਮਿੱਠੀਆਂ ਗੱਲਾਂ ਕਰਨਗੇ, ਦਿਖਾਵਾ ਕਰਨਗੇ, ਇਹੋ ਜਿਹੇ ਭੇਖ ਪਾ ਕੇ ਬੈਠਣਗੇ ਕਿ ਪਰਮਾਤਮਾ ਨੂੰ ਤਥਾ ਲੋਕਾਂ ਨੂੰ ਇਹ ਲੱਗੇ ਵੀ ਇਹ ਤਾਂ ਬੜਾ ਭਗਤ। ਪਰ ਸਾਧ ਸੰਗਤ, ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸਪਸ਼ਟ ਕੀਤਾ, ਆਖਿਆ ਜਾਤੇ ਪਰਮਾਤਮਾ ਨੂੰ ਅੰਤਰਜਾਮੀ ਕਹਿਣਾ ਬੰਦ ਕਰੋ। ਜੇ ਕਹਿੰਦੇ ਹੋ ਵੀ ਉਹ ਅੰਤਰਜਾਮੀ ਹੈ ਅਤੇ ਫਿਰ ਉਹਨੂੰ ਕੀ ਨਹੀਂ ਪਤਾ। ਪਰ ਅਸੀਂ ਲੋਕਾਂ ਨੂੰ ਖੁਸ਼ ਕਰਨ 'ਤੇ ਲੱਗੇ ਹੋਏ, ਇਹੋ ਜਿਹੇ ਕੰਮ ਕਰੀਏ ਜਿਨ੍ਹਾਂ ਨੂੰ ਵੇਖ ਕੇ ਲੋਕ ਕਹਿਣ ਵੀ ਬਹੁਤ ਸੇਵਾ ਕਰ, ਅਤੇ ਅੰਦਰੋਂ ਪ੍ਰੇਮ ਹੋਵੇ ਨਾ। ਅਤੇ ਪਾਤਸ਼ਾਹ ਕਹਿੰਦੇ ਲੋਕ ਪਤੀਆਰੈ ਕਛੂ ਨਾ ਪਾਈਐ। ਲੋਕਾਂ ਦੇ ਤਸੱਲੀ ਕਰਨ ਨਾਲ, ਪਤੀਜੇ ਨਾਲ ਕੁਝ ਵੀ ਪ੍ਰਾਪਤ ਨਹੀਂ ਹੁੰਦਾ। ਸਾਚ ਲਗੈ ਤਾਂ ਹਉਮੈ ਜਾਈਐ। ਹੁਣ ਸਾਚ ਦੇ ਚੱਚੇ ਨੂੰ ਸਿਆਰੀ ਹੈ। ਜੇ ਕੋਈ ਸੱਚੀ ਮਨੋਂ ਪਰਮਾਤਮਾ ਦੀ ਭਗਤੀ ਕਰਨ ਲੱਗ ਪਵੇ ਤਾਂ ਹਉਮੈ ਜਾਈਐ, ਫਿਰ ਉਹਦੇ ਅੰਦਰੋਂ ਹਉਮੈ ਖਤਮ ਹੋ ਜਾਂਦਾ। ਸਾਧ ਸੰਗਤ, ਜਿਤਨਾ ਵੱਡਾ ਕਿਸੇ ਦਾ ਅਮੀਰ ਮਾਂ ਪਿਓ ਹੋਵੇਗਾ ਉਨੀ ਉਹਨਾਂ ਨੂੰ ਅਮੀਰਤ ਦੀ ਨਿੱਘ ਹੈ। ਜੇ ਉਹਦੇ ਕੋਲ ਸੱਚਾਈ ਨਹੀਂ ਤਾਂ ਕਿਵੇਂ ਪਰਮਾਤਮਾ ਖੁਸ਼ ਹੋਵੇਗਾ। ਗੋਬਿੰਦ ਭਾਉ ਭਗਤ ਦਾ ਭੁੱਖਾ, ਉਹ ਤਾਂ ਪ੍ਰੇਮਾ ਭਗਤੀ ਨਾਲ ਪਿਆਰ ਕਰਦਾ। ਤੋ ਇਸ ਲਈ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਨਿਰਣਾ ਕੀਤਾ, ਪਿਆਰਿਓ ਲੋਕਾਂ ਨੂੰ ਪਤਿਆਉਣ ਵਾਲੇ ਪਾਸੇ ਨਾ ਤੁਰੋ, ਲੋਕਾਂ ਨੂੰ ਦਿਖਾਵਾ ਕਰਨ ਲਈ ਨਾ ਤੁਰੋ, ਬਲਕਿ ਸੱਚੇ ਮਨੋਂ ਪਰਮਾਤਮਾ ਦੀ ਭਗਤੀ ਕਰੋ। ਫਿਰ ਕੀ ਹੋਵੇਗਾ। ਸੋ ਲੋਕ ਪਤਿਆਰੈ ਕਛੂ ਨ ਪਾਈਐ, ਸਾਚ ਲਗੈ ਤਾਂ ਹਉਮੈ ਜਾਈਐ। ਆਖਿਆ ਜਦੋਂ ਸੱਚੇ ਮਨੋਂ ਪਰਮਾਤਮਾ ਨਾਲ ਲੱਗਾਂਗੇ ਫਿਰ ਅੰਦਰੋਂ ਹਉਮੈ ਖਤਮ ਹੋ ਜਾਏ। ਕਿਉਂਕਿ ਨਾਮ ਜਪਣ ਵਾਲਿਆਂ ਦੀ ਜਦੋਂ ਕੋਈ ਸੋਭਾ ਕਰ ਦੋ, ਉਹ ਪਤਾ ਕੀ ਕਹਿੰਦੇ ਨੇ, ਭਾਈ ਮੇਰੀ ਕੋਈ ਵਡਿਆਈ ਨਹੀਂ, ਹਮ ਰੁਲਤੇ ਫਿਰਤੇ
ਕੋਈ ਬਾਤ ਨ ਪੁੱਛਤਾ, ਗੁਰ ਸਤਿਗੁਰ ਤੰ ਕੀਰੇ ਹਮ ਥਾਪੇ। ਆਖਿਆ ਸਾਡੇ ਵਿੱਚ ਕੋਈ ਸਮਰਥਾ ਨਹੀਂ। ਫਿਰ ਤੀਜੇ ਪਦ ਵਿੱਚ ਕਹਿੰਦੇ ਜਿਸ ਨੂੰ ਲਾਏ ਲਏ ਸੋ ਲਾਗੈ, ਜਿਹਦੇ ਉੱਤੇ ਪਰਮਾਤਮਾ ਦੀ ਕਿਰਪਾ ਹੋ ਜਾਏ ਉਹਨੂੰ ਉਹ ਲਾ ਲੈਂਦਾ ਤੇ ਉਹੋ ਹੀ ਤੁਹਾਡੇ ਚਰਨਾਂ ਵਿੱਚ ਲੱਗ ਜਾਂਦਾ। ਗਿਆਨ ਰਤਨ ਤਿਸ ਅੰਤਰ ਜਾਗੈ, ਤੇ ਜਿਹੜਾ ਫਿਰ ਸੱਚੇ ਮਨੋਂ ਪਰਮਾਤਮਾ ਦੀ ਭਗਤੀ ਵਿੱਚ ਲੱਗ ਪੈਂਦਾ, ਸੇਵਾ ਕਰਦਾ, ਸਤਸੰਗ ਕਰਦਾ, ਉਹਦੇ ਹਿਰਦੇ ਵਿੱਚ ਗਿਆਨ ਰੂਪੀ ਦੀਪਕ ਜਗ ਪੈਂਦਾ। ਗਿਆਨ ਬੜਾ ਕੀਮਤੀ ਹੈ। ਗਿਆਨ ਕਿਸੇ ਕੀਮਤ ਨਾਲ ਖਰੀਦਿਆ ਨਹੀਂ ਜਾ ਸਕਦਾ। ਉਹ ਤੇ ਉੱਥੇ ਪੈਦਾ ਹੁੰਦਾ ਜਿੱਥੇ ਸੱਚੀ ਪ੍ਰੇਮਾ ਭਗਤੀ। ਜਿਸ ਨੂੰ ਲਾਏ ਲਏ ਸੋ ਲਾਗੈ, ਗਿਆਨ ਰਤਨ ਤਿਸ ਅੰਤਰ ਜਾਗੈ। ਉਹਦੇ ਹਿਰਦੇ ਦੇ ਅੰਦਰ ਗਿਆਨ ਰੂਪੀ ਰਤਨ ਜਗ ਪੈਂਦਾ। ਤੇ ਗਿਆਨ ਦੇ ਜਗਣ ਨਾਲ ਕੀ ਹੁੰਦਾ? ਅਗਿਆਨ ਦਾ ਨਾਸ਼ ਹੋ ਜਾਂਦਾ। ਬਸ ਉਸ ਬੰਦੇ ਦੇ ਅੰਦਰੋਂ ਦੁਰਮਤ ਜਾਏ, ਪਰਮ ਪਦ ਪਾਏ, ਖੋਟੀ ਮਤ ਦਾ ਨਾਸ਼ ਹੋ ਜਾਂਦਾ ਔਰ ਉਹੀ ਮਨੁੱਖ ਪਰਮ ਭਗਤੀ ਕਰਨ ਲੱਗ ਪੈਂਦਾ। ਤੇ ਜਿਹੜਾ ਪਰਮਾਤਮਾ ਦੀ ਭਗਤੀ ਕਰੇਗਾ ਉਹ ਲਾਜ਼ਮੀ ਤੌਰ 'ਤੇ ਉਸ ਵਿਆਪਕ ਪਰਮਾਤਮਾ ਵਿੱਚ ਸਮਾ ਜਾਏ ਤੇ ਉਹਦੇ ਅੰਦਰੋਂ ਖੋਟੀ ਮਤ ਦੂਰ ਹੋ ਜਾਏ। ਦੁਰਮਤ ਜਾਏ, ਪਰਮ ਪਦ ਪਾਏ, ਗੁਰ ਪ੍ਰਸਾਦੀ ਨਾਮ ਤੇ ਆਏ। ਆਖਿਆ ਉਹਦੇ ਅੰਦਰੋਂ ਦੁਰਮਤ ਖੋਟੀ ਮਤ ਦੂਰ ਹੋ ਜਾਂਦੀ ਔਰ ਉਹ ਗੁਰੂ ਦੀ ਕਿਰਪਾ ਦੇ ਨਾਲ ਹੁਣ ਪਰਮਾਤਮਾ ਦਾ ਸਿਮਰਨ ਕਰਨ ਲੱਗ ਪਿਆ। ਇਸੇ ਲਈ ਉਹਨੂੰ ਗੁਰਮੁਖ ਕਿਹਾ ਜਾਂਦਾ। ਲਓ, ਚੌਥੇ ਪਦ ਵਿੱਚ ਗੁਰੂ ਅਰਜਨ ਦੇਵ ਜੀ ਬੇਨਤੀ ਕਰਦੇ। ਅਸੀਂ ਵੀ ਸਾਰੇ ਬੇਨਤੀ ਕਰੀਏ, ਅਸੀਂ ਵੀ ਸਾਰੇ ਮੰਗੀਏ। ਦੋਏ ਕਰ ਜੋੜ ਕਰੋ ਅਰਦਾਸ, ਤੁਧ ਭਾਵੈ ਤਾਂ ਆਣੇ ਰਾਸ। ਹਮੇਸ਼ਾ ਜਦੋਂ ਤੂੰ ਕੋਈ ਚੀਜ਼ ਲੈਣੀ ਹੋਵੇ ਬੜੀ ਨਿਮਰਤਾ ਨਾਲ ਅਸੀਂ ਆਪਣੀ ਡਿਮਾਂਡ ਕਰਦੇ ਹਾਂ, ਅਰਦਾਸ ਕਰਦੇ ਹਾਂ, ਫਿਰ ਮੰਗਦੇ ਹਾਂ। ਸੱਚਮੁੱਚ ਇਸੇ ਤਰ੍ਹਾਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਸਾਡੇ ਅੱਗੇ ਖੜੇ ਹੋ ਕੇ ਉਸ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਉਹਦੇ ਅੱਗੇ ਅਰਦਾਸ ਕਰ ਰਹੇ ਤੇ ਕੀ ਕਹਿੰਦੇ ਨੇ? ਦੋਏ ਕਰ ਜੋੜ ਕਰੋ ਅਰਦਾਸ, ਤੁਧ ਭਾਵੈ ਤਾਂ ਆਣੇ ਰਾਸ। ਹੇ ਵਾਹਿਗੁਰੂ, ਮੈਂ ਦੋਵੇਂ ਹੱਥ ਜੋੜ ਕੇ ਤੁਹਾਡੇ ਚਰਨਾਂ ਵਿੱਚ ਅਰਦਾਸ ਕਰਾਂ ਔਰ ਜੇ ਤੁਹਾਨੂੰ ਚੰਗਾ ਲੱਗੇ ਫਿਰ ਤੁਸੀਂ ਇਹ ਅਰਦਾਸ ਮਨਜ਼ੂਰ ਕਰ ਲਓ। ਕਰ ਕਿਰਪਾ ਆਪਣੀ ਭਗਤੀ ਲਾਏ, ਤਾਂ ਤੇ ਸਾਡੇ 'ਤੇ ਕਿਰਪਾ ਕਰੋ, ਸਾਨੂੰ ਆਪਣੀ ਭਗਤੀ ਵਿੱਚ ਲਾ ਲੈਣਾ ਕਰੋ। ਜਨ ਨਾਨਕ ਪ੍ਰਭ ਸਦਾ ਧਿਆਏ। ਬਸ ਨਾਨਕ ਦਾਸ ਜੀ ਫਿਰ ਆਪਣੇ ਵੱਲੋਂ ਕਹਿੰਦੇ, ਹੈ ਭਾਈ ਜੇ ਉਸ ਪਰਮਾਤਮਾ ਨੂੰ ਮਿਲਣਾ ਫਿਰ ਸਦਾ ਉਸ ਦਾ ਸਿਮਰਨ ਕਰੋ। ਕਿਉਂਕਿ ਪਾਤਸ਼ਾਹ ਨੇ ਕਿਹਾ ਕਿ ਜਿਸ ਤਰ੍ਹਾਂ ਕਿਸੇ ਨੂੰ ਮੁਸ਼ਕਲ ਮੁਸੀਬਤ ਆ ਜਾਏ, ਉਸ ਮੁਸ਼ਕਲ ਤੋਂ ਬਚਣ ਲਈ ਉਹ ਫਿਰ ਕੋਈ ਨਾ ਕੋਈ ਆਸਰਾ ਤੱਕਦਾ, ਕਿਉਂਕਿ ਉਹ ਚਾਹੁੰਦਾ ਹੈ ਕਿ ਮੇਰੀ ਇਹ ਬਿਪਤਾ ਦੂਰ ਹੋ ਜਾਏ। ਪਰ ਗੁਰੂ ਪਾਤਸ਼ਾਹ ਕਹਿੰਦੇ ਤੁਸੀਂ ਸਦਾ ਹੀ ਸਾਰੇ ਅਰਦਾਸ ਕਰਿਆ ਕਰੋ। ਅਸੀਂ ਜਿੰਨੇ ਬੈਠੇ ਹਾਂ ਕੋਈ ਨਾ ਕੋਈ ਤਕਲੀਫ ਤੇ ਹੈ ਸਾਰਿਆਂ। ਆਖਿਆ ਸਾਰੇ ਹੀ ਬੇਨਤੀ ਕਰਿਆ ਕਰੋ। ਦੋਏ ਕਰ ਜੋੜ ਕਰੋ ਅਰਦਾਸ, ਤੁਧ ਭਾਵੈ ਤਾਂ ਆਣੇ ਰਾਸ। ਕਰ ਕਿਰਪਾ ਆਪਣੀ ਭਗਤੀ ਲਾਏ, ਜਨ ਨਾਨਕ ਪ੍ਰਭ ਸਦਾ ਧਿਆਏ। ਤੋ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਅਪਾਰ ਕਿਰਪਾ ਕੀਤੀ। ਇਸ ਪਾਵਨ ਸ਼ਬਦ ਦੇ ਅੰਦਰ ਬੜੀ ਸਰਲ ਸ਼ਬਦਾਵਲੀ ਵਰਤ ਕੇ ਸਾਨੂੰ ਜਾਚ ਸਿਖਾਈ। ਭਾਈ ਅਰਦਾਸ ਕਰੋ, ਤੇਰੀ ਸ਼ਰਨ ਪੂਰਨ ਦਇਆਲਾ, ਤੁਝ ਬਿਨ ਕਮਨ ਕਰੇ ਪ੍ਰਤਪਾਲਾ। ਹੇ ਵਾਹਿਗੁਰੂ, ਅਸੀਂ ਤੇਰੀ ਸ਼ਰਨ ਵਿੱਚ,
ਤੂੰ ਬੜਾ ਦਿਆਲੂ ਪਰਿਪੂਰਨ ਹੈ ਤੇ ਤੇਰੇ ਤੋਂ ਬਿਨਾਂ ਸਾਡੀ ਕੋਈ ਬਾਂਹ ਨਹੀਂ ਫੜਨ ਵਾਲਾ। ਇਸ ਲਈ ਕਿਰਪਾ ਕਰੋ, ਸਾਨੂੰ ਆਪਣੇ ਚਰਨੀ ਲਾਓ ਤਾਂ ਜੋ ਅਸੀਂ ਤੁਹਾਡਾ ਸਿਮਰਨ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।